Good evening, students. This is your chemistry lesson, and we have done with the modern atomic theory. Now we will start with the Avogadro's hypothesis. Next topic is Avogadro's hypothesis. Before we come to know that what is Avogadro hypothesis, we have to study Berzelius. Sorry, R is here. Berzelius hypothesis. ठीक है, Berzelius hypothesis Avogadro hypothesis ਤੋਂ ਪਹਿਲਾਂ ਆਇਆ ਸੀ। ਇਹ ਜਿਹੜੀ ਅਵਗੈਡਰੋ ਹਾਈਪੋਥੀਸਿਸ ਹੈ ਇਹ ਮੋਡੀਫਿਕੇਸ਼ਨ ਆਫ ਬਰਜ਼ੀਲੀਅਸ ਹੈ। ਠੀਕ ਹੈ, ਬਰਜ਼ੀਲੀਅਸ ਦੀ ਮੋਡੀਫਿਕੇਸ਼ਨ ਹੈ। ਕਿਉਂ ਮੋਡੀਫਿਕੇਸ਼ਨ ਹੈ? ਕਿਉਂਕਿ ਬਰਜ਼ੀਲੀਅਸ ਨੇ ਜੋ ਕਨਸੈਪਟ ਦਿੱਤਾ ਸੀ ਉਹ ਮਾਡਰਨ ਅਟੋਮਿਕ ਥਿਊਰੀ ਅਤੇ ਡਾਲਟਨ ਅਟੋਮਿਕ ਥਿਊਰੀ ਨੂੰ ਐਕਸਪਲੇਨ ਨਹੀਂ ਕਰ ਸਕਿਆ ਸੀ। ਉਹਦੇ ਨਾਲ ਉਹ ਐਕਸਪੈਰੀਮੈਂਟਲੀ ਉਸ ਚੀਜ਼ ਨੂੰ ਵੈਰੀਫਾਈ ਨਹੀਂ ਕਰ ਸਕਿਆ ਸੀ ਜੋ ਉਹਨੇ ਕਿਹਾ ਆਪਦੇ ਹਾਈਪੋਥੀਸਿਸ ਦੇ ਵਿੱਚ। ਤਾਂ ਕਰਕੇ ਉਸ ਨੂੰ ਮੋਡੀਫਾਈ ਕੀਤਾ ਸੀ, ਕੈਮੀਕਲ ਰਿਐਕਸ਼ਨਸ ਦੇ ਅਪਲਾਈ ਕੀਤਾ ਸੀਗਾ ਅਵਗੈਡਰੋ ਨੇ। ਤਾਂ ਕਰਕੇ ਇਹਦੀ ਮੋਡੀਫਿਕੇਸ਼ਨ ਹੈ। ਪਹਿਲਾਂ ਬਰਜ਼ੀਲੀਅਸ ਨੇ ਕੀ ਕਿਹਾ ਸੀ, ਉਹਦਾ ਹਾਈਪੋਥੀਸਿਸ ਕੀ ਹੈ? ਇਕੁਅਲ ਵੋਲਿਊਮ ਆਫ ਆਲ ਦਾ ਗੈਸਿਸ ਕੰਟੇਨ ਇਕੁਅਲ ਨੰਬਰ ਆਫ ਐਟਮਸ। ਐਟਮਸ ਇੱਥੇ ਯਾਦ ਰੱਖਣਾ ਕਿ ਨੇ ਐਟਮਸ ਕਿਹਾ ਸੀ। ਅੰਡਰ ਸਿਮਿਲਰ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਪ੍ਰੈਸ਼ਰ। ਉਹ ਕਹਿੰਦੇ ਆਪਾਂ ਜੇ ਇਕੁਅਲ ਵੋਲਿਊਮ ਲੈਂਦੇ ਹਾਂ ਗੈਸਿਸ ਦੇ ਤਾਂ ਉਹਦੇ ਵਿੱਚ ਕੀ ਹੋਊਗਾ? ਉਹਦੇ ਵਿੱਚ ਇਕੁਅਲ ਨੰਬਰ ਆਫ ਐਟਮਸ ਹੋਣਗੇ। ਫੋਰ ਐਗਜ਼ਾਮਪਲ ਤੁਸੀਂ ਇੱਕ ਵੋਲਿਊਮ ਲਿਆ ਆਕਸੀਜਨ ਦਾ, ਇੱਕ ਵੋਲਿਊਮ ਲਿਆ ਕਲੋਰੀਨ ਦਾ। ਵੈਸੇ ਹੀ ਕੰਟੇਨਰ ਦੇ ਵਿੱਚ ਆਕਸੀਜਨ ਹੈਗੀ ਹੈ, ਵੈਸੇ ਹੀ ਕੰਟੇਨਰ ਦੇ ਵਿੱਚ ਤੁਹਾਡੇ ਕੋਲ ਕਲੋਰੀਨ ਹੈਗੀ ਹੈ। ਇਹਨਾਂ ਦੋਨਾਂ ਗੈਸਿਸ ਨੂੰ ਤੁਸੀਂ ਸੇਮ ਟੈਂਪਰੇਚਰ ਅਤੇ ਪ੍ਰੈਸ਼ਰ 'ਤੇ ਰੱਖਿਆ। ਇਹ ਨਹੀਂ ਹੈਗਾ ਵੀ ਆਕਸੀਜਨ ਦਾ ਅਲੱਗ ਪ੍ਰੈਸ਼ਰ ਕਰਤਾ ਅਤੇ ਕਲੋਰੀਨ ਦਾ ਅਲੱਗ ਕਰਤਾ। ਤਾਂ ਜਿੰਨੇ ਨੰਬਰ ਆਫ ਐਟਮਸ ਇਹਦੇ ਹੋਣਗੇ, ਲਾਈਕ ਇਹਦੇ ਐਨ ਐਟਮਸ ਆ ਅਤੇ ਇਹਦੇ ਵੀ ਕਿੰਨੇ ਹੋਣਗੇ? ਐਨ ਐਟਮਸ ਹੋਣਗੇ। ਇੰਡੀਪੈਂਡੈਂਟਲੀ ਰੱਖਤਾ ਤੁਸੀਂ ਇਹਨਾਂ ਨੂੰ। ਠੀਕ ਹੈ, ਤਾਂ ਇਹ ਤਾਂ ਹੋ ਗਿਆ ਤੁਹਾਡੇ ਕੋਲ ਬਰਜ਼ੀਲੀਅਸ ਹਾਈਪੋਥੀਸਿਸ। ਕੀ ਕਹਿੰਦਾ ਉਹ ਕਿ ਜਿਹੜੇ ਇਕੁਅਲ ਵੋਲਿਊਮ ਹੁੰਦੇ ਆ ਸਾਰੀਆਂ ਗੈਸਿਸ ਦੇ, ਉਹਨਾਂ ਦੇ ਇਕੁਅਲ ਨੰਬਰ ਆਫ ਐਟਮਸ ਹੁੰਦੇ ਆ ਅੰਡਰ ਦਾ ਸਿਮਿਲਰ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਪ੍ਰੈਸ਼ਰ। ਕੋਈ ਵੀ ਗੈਸ ਲੈ ਸਕਦੇ ਹੋ ਤੁਸੀਂ, ਨਾਈਟ੍ਰੋਜਨ, ਹਾਈਡਰੋਜਨ, ਹੀਲੀਅਮ, ਜਿੰਨੀਆਂ ਵੀ ਗੈਸਿਸ ਪ੍ਰੈਜ਼ੈਂਟ ਹੈਗੀਆਂ ਉਹਨਾਂ ਨੂੰ ਅਲੱਗ-ਅਲੱਗ ਕੰਟੇਨਰਸ ਦੇ ਵਿੱਚ ਰੱਖੋਗੇ ਅਤੇ ਸੇਮ ਟੈਂਪਰੇਚਰ ਅਤੇ ਪ੍ਰੈਸ਼ਰ ਦੀਆਂ ਕੰਡੀਸ਼ਨਸ 'ਚ ਰੱਖੋਗੇ ਤਾਂ ਉਹਨਾਂ ਦੇ ਨੰਬਰ ਆਫ ਐਟਮਸ ਕੀ ਹੋਣਗੇ? ਬਰਾਬਰ ਹੋਣਗੇ। ਠੀਕ ਹੈ, ਜਿੰਨੇ ਇਹਦੇ 10 ਐਟਮ ਇਹਦੇ ਆ ਤਾਂ 10 ਹੀ ਕੀ ਹੋਣਗੇ? ਇਹਦੇ ਹੋਣਗੇ। ਜੇ ਇਹਦੇ 20 ਆ ਤਾਂ ਇਹਦੇ ਕੀ ਹੋਣਗੇ? 20 ਹੋਣਗੇ। ਦਿਸ ਇਜ਼ ਐਕਸਪੈਰੀਮੈਂਟਲੀ ਡਿਟਰਮਿਨਡ। ਠੀਕ ਹੈ, ਬਟ ਜਦੋਂ ਇਸ ਹਾਈਪੋਥੀਸਿਸ ਨੂੰ ਆਪਾਂ ਕੈਮੀਕਲ ਰਿਐਕਸ਼ਨਸ ਦੇ ਵਿੱਚ ਲਿਆਂਦਾ, ਇੱਥੇ ਕੋਈ ਕੈਮੀਕਲ ਰਿਐਕਸ਼ਨ ਨਹੀਂ ਹੋ ਰਹੀ ਹੈ। ਜਦੋਂ ਇਸ ਹਾਈਪੋਥੀਸਿਸ ਨੂੰ, ਬਰਜ਼ੀਲੀਅਸ ਹਾਈਪੋਥੀਸਿਸ ਨੂੰ ਜਦੋਂ ਆਪਾਂ ਕੈਮੀਕਲ ਰਿਐਕਸ਼ਨਸ 'ਤੇ ਲਿਆਂਦਾ ਤਾਂ ਇਹ ਕੈਮੀਕਲ ਰਿਐਕਸ਼ਨਸ ਦੇ ਵਿੱਚ ਸੈਟਿਸਫਾਈਡ ਨਹੀਂ ਹੋ ਸਕਿਆ। ਫੋਰ ਐਗਜ਼ਾਮਪਲ ਹੁਣ ਕਿਵੇਂ ਨਹੀਂ ਹੋ ਸਕਿਆ ਉਹ ਦੇਖੋ ਕਿ ਆਪਣੇ ਕੋਲ ਆਪਾਂ ਐਗਜ਼ਾਮਪਲ ਲਈਏ। ਮੰਨ ਲਓ ਕਿ ਹਾਈਡਰੋਜਨ ਗੈਸ ਹੈ, ਕਲੋਰੀਨ ਗੈਸ ਹੈ, ਰਿਐਕਟ ਕਰਕੇ ਕੀ ਬਣਾਉਂਦੀ ਹੈ? HCl ਗੈਸ ਬਣਾਉਂਦੀ ਹੈ। ਔਰ ਇਹ ਲਾਅ ਹੈ ਜਿਹੜੇ ਬਰਜ਼ੀਲੀਅਸ ਹਾਈਪੋਥੀਸਿਸ ਅਤੇ ਅਵਗੈਡਰੋ ਹਾਈਪੋਥੀਸਿਸ ਇਹ ਗੈਸਿਸ ਲਈ ਨੇ। ਠੀਕ ਹੈ, ਕਿਉਂਕਿ ਉਹਨੇ ਆਪਦੇ ਹਾਈਪੋਥੀਸਿਸ 'ਚ ਲਿਖਤਾ ਇਕੁਅਲ ਵੋਲਿਊਮ ਆਫ ਆਲ ਗੈਸਿਸ, ਮੀਨਸ ਇਹ ਗੈਸਿਸ 'ਤੇ ਹੀ ਅਪਲਾਈ ਹੋਣਗੇ। ਠੀਕ ਹੈ, ਤਾਂ ਇਹ ਅਕੋਰਡਿੰਗ ਜਦੋਂ ਆਪਾਂ ਇਹਨੂੰ ਕੈਮੀਕਲ ਰਿਐਕਸ਼ਨਸ ਦੇ ਵਿੱਚ ਲਿਆਂਦਾ ਤਾਂ ਇਹ ਐਕਸਪੈਰੀਮੈਂਟਲੀ ਵੈਰੀਫਾਈ ਨਹੀਂ ਹੋ ਸਕਿਆ। ਕਿਵੇਂ? ਹੁਣ ਦੇਖੋ ਇੱਥੇ ਆਪਾਂ ਦੇਖੋ ਇਹਦੇ ਅੱਗੇ ਕਿੰਨਾ? ਹਾਈਡਰੋਜਨ ਦੇ ਅੱਗੇ 1 ਹੈ, ਕਲੋਰੀਨ ਅੱਗੇ ਕਿੰਨਾ? 1 ਹੈ, HCl ਅੱਗੇ ਕਿੰਨਾ? 2 ਹੈ। ਜਦੋਂ ਆਪਾਂ ਰਿਐਕਸ਼ਨ ਬੈਲੈਂਸ ਕਰਤੀ, ਮੀਨਸ ਕਿਸੇ ਵੀ ਟੈਂਪਰੇਚਰ 'ਤੇ ਆਪਾਂ ਇਹਨੂੰ ਕਰ ਲਿਆ ਰਿਐਕਸ਼ਨ ਨੂੰ, ਹਾਈਡਰੋਜਨ ਅਤੇ ਕਲੋਰੀਨ ਨੂੰ ਆਪਾਂ ਮਤਲਬ ਰਿਐਕਟ ਕਰਵਾਤਾ, ਵੀ ਹੈਵ ਮੇਡ ਦੈਮ ਟੂ ਰਿਐਕਟ। ਤਾਂ ਹਾਈਡਰੋਜਨ ਦੇ ਕਿੰਨੇ ਵੋਲਿਊਮ ਹੈ? 1 ਵੋਲਿਊਮ ਹੈ। ਕਲੋਰੀਨ ਦਾ ਕਿੰਨਾ? 1 ਵੋਲਿਊਮ। HCl ਦਾ ਕਿੰਨਾ? 1 ਵੋਲਿਊਮ। ਠੀਕ ਹੈ, ਦੈਨ ਅਕੋਰਡਿੰਗ ਟੂ ਬਰਜ਼ੀਲੀਅਸ ਹਾਈਪੋਥੀਸਿਸ ਜੇ ਆਪਾਂ ਕਹਿੰਦੇ ਹਾਂ ਕਿ ਇੱਕ ਵੋਲਿਊਮ ਲੈਂਦੇ ਹਾਂ ਆਪਾਂ ਗੈਸਿਸ ਦਾ, ਉਹਦੇ ਵਿੱਚ N ਐਟਮਸ ਨੇ। ਕਿੰਨੇ ਐਟਮਸ ਲੈ ਰਹੇ ਹਾਂ ਆਪਾਂ? N ਐਟਮ, ਅਤੇ ਵੋਲਿਊਮ ਆਪਾਂ ਕਿੰਨਾ ਫਿਕਸ ਕਰਤਾ? 1 ਵੋਲਿਊਮ। ਤਾਂ ਇਸ ਇਕੁਏਸ਼ਨ ਤੋਂ ਆਪਣੇ ਕੋਲ ਕੀ ਹੈ? ਨੰਬਰ ਆਫ ਐਟਮਸ ਕਿੰਨੇ ਆਉਣੇ ਚਾਹੀਦੇ ਆ? N ਹੀ ਆਉਣੇ ਚਾਹੀਦੇ ਆ ਇੱਕ ਵੋਲਿਊਮ ਦੇ ਵਿੱਚ। ਇਹਦਾ ਇੱਕ ਵੋਲਿਊਮ ਆ, ਮੀਨਸ ਇਹਦੇ ਵਿੱਚ ਕਿੰਨੇ ਐਟਮਸ ਆ ਗਏ? N। ਇਹਦੇ 'ਚ N। ਇਹ 2 ਵੋਲਿਊਮ ਆ ਤਾਂ ਅੰਡਰਸਟੂਡ ਇਹਦੇ ਵਿੱਚ ਕਿੰਨੇ ਐਟਮਸ ਹੋਣਗੇ? 2N ਹੋਣਗੇ। ਠੀਕ ਹੈ, ਇੱਕ ਵੋਲਿਊਮ ਲਈ ਆਪਾਂ ਫਿਕਸ ਕਰਤੇ N ਐਟਮ ਹੈ, ਤਾਂ 2 ਵੋਲਿਊਮ ਲਈ ਕਿੰਨੇ ਆ ਗਏ? 2N। ਇੱਥੇ ਲਿਖਿਆ ਵੀ ਹੋਇਆ N 2N। ਹੁਣ ਜੇ ਆਪਾਂ ਇਹਦੇ ਐਟਮਸ ਕੱਢਣੇ ਆ HCl ਦੇ, ਟੂ ਗੈਟ 1 ਐਟਮ ਆਫ HCl ਗੈਸ, ਜੇ ਆਪਾਂ ਇੱਕ HCl ਦੇ
ਲਿਖਣੇ ਆ ਕਿ ਕਿੰਨੇ ਹੋਣਗੇ। ਇਹਦਾ ਇੱਕ ਐਟਮ ਕੈਲਕੂਲੇਟ ਕਰਨ ਲਈ ਆਪਾਂ ਇਹਨੂੰ ਕਿਹਦੇ ਨਾਲ ਡਿਵਾਈਡ ਕਰ ਦਿਆਂਗੇ 2n ਨਾਲ। ਜਦੋਂ ਤੁਸੀਂ 2n ਨਾਲ ਡਿਵਾਈਡ ਕਰੋਗੇ ਤਾਂ ਇੱਥੇ ਕਿੰਨਾ ਆ ਜਾਊਗਾ ਹਾਫ ਅਤੇ ਹਾਫ। ਤਾਂ ਨੰਬਰ ਆਫ ਐਟਮਸ ਆਫ ਹਾਈਡਰੋਜਨ ਕਿੰਨੇ ਬਣ ਜਾਣਗੇ ਹਾਫ ਅਤੇ ਇਹਦਾ ਕੀ ਬਣ ਜਾਊਗਾ 1 ਐਟਮ। ਮੀਨਸ ਜੇ ਆਪਾਂ ਰਿਐਕਸ਼ਨ ਨੂੰ ਇੱਕ ਐਟਮ ਲੈਣਾ HCl ਗੈਸ ਦਾ ਤਾਂ ਆਪਾਂ ਉਹਨੂੰ ਕਿਵੇਂ ਕਰਾਂਗੇ ਹਾਫ ਐਟਮ ਕਰਾਂਗੇ। ਪਰ ਆਪਾਂ ਮਾਡਰਨ ਐਟੋਮਿਕ ਥਿਊਰੀ ਦੇ ਵਿੱਚ ਪੜ੍ਹਿਆ ਸੀ ਕਿ ਐਟਮਸ ਜਿਹੜੇ ਆ ਉਹ ਕੰਬਾਈਨ ਹੁੰਦੇ ਇੰਟੈਗਰਲ ਫਾਰਮ 'ਚ। ਮੀਨਸ ਉਹ ਇੰਟੀਜਰਸ 'ਚ ਹੀ ਹੋਣਗੇ 1 2 ਜਾਂ 3 ਹੋਣਗੇ। ਅਤੇ ਇੱਥੇ 1/2 ਨੋਟ ਐਨ ਇੰਟੀਜਰ, ਇਹ ਇੰਟੀਜਰ ਹੈ ਹੀ ਨਹੀਂ ਹੈ। ਹੁਣ ਜੇ ਇੰਟੀਜਰ ਨਹੀਂ ਹੈਗਾ ਮੀਨਸ ਇਹ ਉਸ ਥਿਊਰੀ ਨੂੰ ਵੈਰੀਫਾਈ ਨਹੀਂ ਕਰ ਰਿਹਾ। ਜਦੋਂ ਇਹ ਥਿਊਰੀ ਨੂੰ ਵੈਰੀਫਾਈ ਨਹੀਂ ਕਰ ਰਿਹਾ ਤਾਂ ਫਿਰ ਇਹ ਇਸ ਕਰਕੇ ਡਿਸਕਾਰਡ ਕਰਤਾ ਸੀ ਆਪਾਂ। ਠੀਕ ਹੈ, ਇਹਦਾ ਸਿਰਫ ਹੁਣ ਤੁਸੀਂ ਇਹਦੇ ਵਿੱਚ ਕੀ ਕਰਨਾ ਹੈਗਾ, ਇੱਕ ਤਾਂ ਯਾਦ ਕਰਨੀ ਹੈ ਜਿਹੜੀ ਚੀਜ਼, ਇੱਕ ਤਾਂ ਬਰਜ਼ੀਲੀਅਸ ਹਾਈਪੋਥੀਸਿਸ ਦੀ ਡੈਫੀਨੇਸ਼ਨ, ਇਹ ਡੈਫੀਨੇਸ਼ਨ ਆ ਅਤੇ ਵਿਦ ਐਗਜ਼ਾਮਪਲ ਬਸ ਤੁਹਾਨੂੰ ਇਹ ਪੁੱਛਿਆ ਹੋਊਗਾ। ਠੀਕ ਹੈ, ਤਾਂ ਨੈਕਸਟ ਹੁਣ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿ ਜਿਹੜਾ ਹੈਗਾ ਆਪਣੇ ਕੋਲ ਕੋਈ ਹਾਈਪੋਥੀਸਿਸ ਇੱਦਾਂ ਦਾ ਹੋਵੇ ਜਿਹੜਾ ਕਿ ਐਕਸਪਲੇਨ ਕਰਦਾ ਹੋਵੇ ਮਾਡਰਨ ਐਟੋਮਿਕ ਥਿਊਰੀ ਅਤੇ ਡਾਲਟਨ ਥਿਊਰੀ ਦੀ ਪੋਸਟੂਲੇਟਸ ਨੂੰ, ਤਾਂ ਅਵੋਗੈਡਰੋ ਨੇ ਇਸ ਨੂੰ ਹੀ ਮੋਡੀਫਾਈ ਕੀਤਾ। ਠੀਕ ਆ, ਉਹਨੇ ਮੋਡੀਫਾਈ ਕਰਨ ਤੋਂ ਪਹਿਲਾਂ 2 ਟਰਮਸ ਦਿੱਤੀਆਂ ਐਟਮਸ ਅਤੇ ਮੋਲੀਕਿਊਲਸ। ਇੱਥੇ ਤੁਸੀਂ ਇਹ ਤੁਹਾਡੇ ਵਾਸਤੇ ਆਪਸ਼ਨਲ ਨੇ, ਤੁਸੀਂ ਸਕਿਪ ਕਰ ਸਕਦੇ ਹੋ, ਜੇ ਲਿਖਣੀ ਆ ਤਾਂ ਲਿਖਿਓ, ਅਦਰਵਾਈਜ਼ ਸਿੱਧਾ ਤੁਸੀਂ ਅਵੋਗੈਡਰੋ ਹਾਈਪੋਥੀਸਿਸ ਲਿਖ ਸਕਦੇ ਹੋ। ਠੀਕ ਹੈ, ਇੱਥੇ ਤੁਹਾਨੂੰ ਸਮਝਾਉਣ ਲਈ ਹੈ ਕਿ ਉਹਨੇ 2 ਟਰਮਸ ਦਿੱਤੀਆਂ। ਉਹ ਕਹਿੰਦਾ ਵੀ ਆਪਾਂ ਐਟਮਸ ਅਤੇ ਮੋਲੀਕਿਊਲ ਦੋਨੋਂ ਹੀ ਜਿਹੜੇ ਹੈਗੇ ਆ, ਅਵੋਗੈਡਰੋ ਨੇ ਮੋਡੀਫਿਕੇਸ਼ਨ ਕਰਨ ਤੋਂ ਪਹਿਲਾਂ ਕਿਹਾ ਕਿ ਐਟਮਸ ਅਤੇ ਮੋਲੀਕਿਊਲ ਦੋਨੋਂ ਹੀ ਅਲਟੀਮੇਟ ਪਾਰਟੀਕਲਸ ਨੇ, ਕਿ ਦੋਨੋਂ ਹੀ ਕੈਮੀਕਲ ਰਿਐਕਸ਼ਨਸ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਆ। ਠੀਕ ਹੈ, ਡਿਪੈਂਡ ਕਰਦਾ ਵੀ ਕਿਹੜੀ ਚੀਜ਼ ਆਪਾਂ ਲਈ ਹੋਈ ਹੈ, ਕਿ ਆਪਣੇ ਕੋਲ ਰਿਐਕਟੈਂਟ ਕਿੱਦਾਂ ਦਾ, ਪ੍ਰੋਡਕਟ ਕਿੱਦਾਂ ਦਾ, ਉਹਦੇ ਬੇਸਡ ਹੋਣਗੇ ਵੀ ਐਟਮਸ ਹੈ ਕਿ ਮੋਲੀਕਿਊਲਸ ਹੈ।